ਤੁਸੀਂ ਸ਼ਬਦ ਯੂਜ਼ ਕਰਦੇ ਹੋ ਹੌਟ ਸੀਟ। ਇਹ ਹੌਟ ਸੀਟ ਦਾ ਮੈਨੂੰ ਮਤਲਬ ਪਹਿਲਾਂ ਸਮਝਾਓ ਵੀ ਸੀਟ ਹੌਟ ਕਿਉਂ ਹੈ। ਸਾਡਾ ਦਾਖਾ ਹਲਕਾ ਚਿੱਟੇ ਦੇ ਨਾਲ ਬਹੁਤ ਜ਼ਿਆਦਾ ਇਹਦੀ ਉਹ ਹੋ ਗਿਆ ਸੀਗਾ। ਮੈਂ ਇਹ ਤਾਂ ਮੌਜੂਦਾ ਐਮਐਲਏ ਦਾ ਰਿਪੋਰਟ ਕਾਰਡ ਬਣਦਾ ਹੁੰਦਾ। ਮੈਂ ਤਾਂ ਇਲੈਕਸ਼ਨ ਹਾਰ ਕੇ ਲੋਕਾਂ ਦੇ ਵਿੱਚ ਰਿਹਾ ਹੈਗਾ। ਆਪਦੇ ਮੂੰਹ ਚੋਂ ਮੈਂ ਜਿੰਨਾ ਮਰਜ਼ੀ ਜੋ ਮਰਜ਼ੀ ਗੱਲਾਂ ਕਰੀ ਚੱਲਾਂ, ਇਹ ਤਾਂ ਜਦੋਂ ਲੋਕਾਂ ਦੀ ਕਚਹਿਰੀ ਚੋਂ ਚਰਚਾ ਬਣੂਗੀ ਫਿਰ ਜ਼ਿਆਦਾ ਖੁਸ਼ੀ ਹੋਊਗੀ। 2019 ਚ ਜਿਹਨੂੰ ਇਹ ਉਦਾਹਰਨ ਬਣਾਇਆ ਸੀ ਉਹਦੇ ਬਾਰੇ ਗੱਲ ਕਰੋ। ਫਿਰ ਮੈਂ ਤੁਹਾਨੂੰ ਗੱਲ ਦੱਸੀ, ਤੁਸੀਂ ਸਵਾਲ ਤੀਜਾ ਚੌਥਾ ਉੱਥੇ ਲੈ ਕੇ ਪੁੱਛ ਰਹੇ ਹੈਗੇ ਹੋ। ਤੁਹਾਡੇ ਕੋਲ ਸਾਰਾ ਕੁਝ ਹੀ ਹੈਗਾ, ਜਦੋਂ ਪਹੁੰਚੋ ਉੱਥੇ ਦੇਰ ਕਾਹਦੀ ਕਰ ਰਹੀ ਹੋ, ਪਹੁੰਚੋ ਉੱਥੇ ਤੇ ਆਪਦੀ ਗੱਲ ਕਰੋ ਯਾਰ। 20 ਐਮਐਲਏ ਸਾਹਿਬਾਨ ਆਪਸ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਨਹੀਂ ਬਣਾ ਸਕੇ ਕਿ ਉਹ ਭੂਮਿਕਾ ਨਿਭਾ ਸਕਣ, ਔਰ ਜਿਹੜਾ ਉਹ ਰੋਲ ਸੀਗਾ ਉਹ ਤਹਿਸ ਨਹਿਸ ਹੋ ਕੇ ਰਹਿ ਗਿਆ। दो 2022 ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਹਲਕਾ ਦਾਖਾ ਦੀ ਸੀਟ ਬਾਕੀ ਕਈ ਸੀਟਾਂ ਵਾਂਗ ਹੌਟ ਮੰਨੀ ਜਾ ਰਹੀ ਹੈ, ਕਿਉਂਕਿ ਇਸ ਵਾਰ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੀ ਟਿਕਟ ਤੋਂ ਕੈਪਟਨ ਸੰਦੀਪ ਸੰਧੂ ਅਤੇ ਅਕਾਲੀ ਦਲ ਦੀ ਟਿਕਟ ਤੋਂ ਮਨਪ੍ਰੀਤ ਇਆਲੀ ਆਮਨੇ ਸਾਹਮਣੇ ਹੋਣਗੇ। ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਵੀ ਜਿਹੜੇ ਆ ਆਪਣੀ ਕਿਸਮਤ ਅਜਮਾ ਰਹੇ ਨੇ। ਅੱਜ ਸਿਆਸੀ ਚਰਚਾ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਕੈਪਟਨ ਸੰਦੀਪ ਸੰਧੂ ਸਾਹਿਬ, ਸਵਾਗਤ ਹੈ ਚਰਚਾ 'ਚ ਤੁਹਾਡਾ। ਧੰਨਵਾਦ ਵਿਵੇਕ ਜੀ। ਇਹ ਤੁਸੀਂ ਸ਼ਬਦ ਯੂਜ਼ ਕਰਦੇ ਹੋ ਹੌਟ ਸੀਟ। ਇਹ ਹੌਟ ਸੀਟ ਦਾ ਮੈਨੂੰ ਮਤਲਬ ਪਹਿਲਾਂ ਸਮਝਾਓ ਵੀ ਸੀਟ ਹੌਟ ਕਿਉਂ ਹੈ। ਹੌਟ ਸੀਟ ਇਸ ਕਰਕੇ ਮੰਨੀ ਜਾਂਦੀ ਹੈ ਜਿੱਥੇ ਜਿਹੜੇ ਕਿ ਮੁਕਾਬਲਾ ਜਿਹੜਾ ਕੜਵਾ ਫਸਵਾ ਮੁਕਾਬਲਾ ਹੋਵੇ ਤੇ ਦੋ ਦਿੱਗਜ ਜਿਹੜੇ ਪੰਜਾਬ ਦੀ ਸਿਆਸਤ ਦੇ ਦੋ ਦਿੱਗਜ ਆਹਮਣੇ ਸਾਹਮਣੇ ਹੋਣ। ਚਲੋ ਮੈਂ ਜੇ ਤਾਂ ਇੱਥੋਂ ਤੱਕ ਹੀ ਗੱਲ ਹੈ ਫਿਰ ਤਾਂ ਠੀਕ ਹੈ, ਬਿਕੋਜ਼ ਮੇਰਾ ਪ੍ਰਣ ਹੈਗਾ, ਮੇਰੀ ਸੋਚ ਹੈਗੀ ਆ, ਔਰ ਮੈਂ ਸਭ ਆਪਦੇ ਜਿਹੜੇ ਵੋਟਰ ਸਪੋਰਟਰਸ ਹੈਗੇ ਆ, ਸੰਗਤ ਹੈਗੇ, ਸਭ ਨੂੰ ਇਹੀ ਬੇਨਤੀ ਕਰ ਰਹੇ ਕਿ ਨਰਮਾਈ ਨਾਲ, ਮਿੱਠਤ ਨਾਲ ਔਰ ਹਲੀਮੀ ਨਾਲ ਇਲੈਕਸ਼ਨ ਲੜਨੀ ਹੈ। ਕੋਈ ਇਸ ਕਿਸਮ ਦਾ ਮਾਹੌਲ ਨਹੀਂ ਬਣਾਉਣਾ, ਬਿਕੋਜ਼ ਵਿਵੇਕ ਜੀ ਹੁਣ ਪਿੰਡਾਂ ਦਾ ਮਾਹੌਲ ਬੜਾ ਵਧੀਆ ਬਣ ਗਿਆ। ਪਿਛਲੇ 2.5 ਸਾਲਾਂ ਦਾ ਆਪਸ ਲੋਕ ਵਰਤਣ ਲੱਗ ਪਏ ਆ, ਮਿਲਣ ਵਰਤਨ ਸ਼ੁਰੂ ਹੋ ਗਿਆ, ਸਭ ਠੀਕ ਹੋ ਗਿਆ। ਸਿਆਸੀ ਸੋਚ ਤੁਹਾਡੀ ਅਲੱਗ ਹੋ ਸਕਦੀ ਹੈ, ਇਖਲਾਕੀ ਸੋਚ ਤੁਹਾਡੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਸੋ ਮੈਂ ਤਾਂ ਇਹ ਤੁਹਾਨੂੰ ਪੁੱਛਿਆ ਵੀ ਇਹਦਾ ਕੀ ਮਤਲਬ ਹੈ। ਤੁਸੀਂ ਕਿਹਾ ਕਿ ਪਿਛਲੇ 2.5 ਸਾਲਾਂ ਤੋਂ ਪਿੰਡਾਂ ਦਾ ਮਾਹੌਲ ਜਿਹੜਾ ਵਾ ਕਾਫੀ ਵਧੀਆ ਬਣ ਗਿਆ, ਲੋਕ ਆਪਸ ਦੇ ਵਿੱਚ ਮਿਲਣ ਵਰਤਣ ਲੱਗ ਗਏ ਨੇ। ਕੀ ਲੱਗਦਾ ਤੁਹਾਨੂੰ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਜੋ ਹੁਣ 2.5 ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਵਾ? ਦੋ ਗੱਲਾਂ, ਮੇਰੇ ਆਉਣ ਤੋਂ ਪਹਿਲਾਂ ਕੀ ਮਾਹੌਲ ਸੀਗਾ ਉਹਦੇ ਬਾਰੇ ਮੈਂ ਜੋ ਗੱਲਾਂ ਇੱਥੋਂ ਸੁਣੀਆਂ, ਤੁਸੀਂ ਜਦੋਂ 2.5 ਸਾਲ ਲੋਕਾਂ ਦੇ ਵਿਚਰਦੇ ਹੋ ਤਾਂ ਤੁਹਾਨੂੰ ਗੱਲਾਂ ਅਗਲੀਆਂ ਪਿਛਲੀਆਂ ਦੱਸਦੇ ਆ। ਦੋ ਗੱਲਾਂ ਬੜੀਆਂ ਇੱਥੇ ਮੰਦਭਾਗੀਆਂ ਸੀ ਜਿਹੜੀਆਂ ਚੱਲ ਰਹੀਆਂ ਸੀ। ਇੱਕ ਤਾਂ ਇਹ ਸੀਗਾ ਵੀ ਸਾਡਾ ਦਾਖਾ ਹਲਕਾ ਚਿੱਟੇ ਦੇ ਨਾਲ ਬਹੁਤ ਜ਼ਿਆਦਾ ਇਹਦੀ ਉਹ ਹੋ ਗਿਆ ਸੀਗਾ, ਹਰ ਥਾਂ ਤੇ ਸ਼ੁਮਾਰ ਹੋ ਗਿਆ ਸੀ ਜਦੋਂ ਵੀ ਕਿਤੇ ਚਿੱਟੇ ਦੀ ਗੱਲ ਹੁੰਦੀ ਸੀ। ਦੂਜਾ ਨਜਾਇਜ਼ ਪਰਚਿਆਂ ਦੀ ਬੜੀ ਇੱਥੇ ਚਰਚਾ ਹੁੰਦੀ ਸੀ, ਠੀਕ ਹੈ ਜੀ, ਜਿਸ ਕਰਕੇ ਪਿੰਡੋ ਪਿੰਡ ਇਸ ਕਿਸਮ ਦਾ ਮਾਹੌਲ ਸੀ। ਪਿਛਲੇ ਸਮੇਂ ਦੌਰਾਨ ਜਿਹੜਾ ਇਹ ਦੋਨੋਂ ਚੀਜ਼ਾਂ ਹੈਗੀਆਂ, ਇੱਕ ਚੀਜ਼ ਤਾਂ ਮੈਂ ਬਿਲਕੁਲ ਕਹਿ ਸਕਦਾ ਹੈਗਾ ਕਿ ਇੱਕ ਸੋਚ ਹੀ ਇਹ ਸੀਗੀ ਕਿ ਇਹ ਨਜਾਇਜ਼ ਪਰਚਿਆਂ ਵਾਲੀ ਜਿਹੜੀ ਰਣਨੀਤੀ ਹੈ ਜਾਂ ਰਾਜਨੀਤੀ ਹੈ ਇਹ ਨਹੀਂ ਕਰਨੀ। ਔਰ ਜਿਹੜਾ ਚਿੱਟੇ ਦਾ ਸੀ, ਮੈਂ ਤੁਸੀਂ ਕਈ ਵਾਰ ਮੈਨੂੰ ਇਹ ਸਵਾਲ ਪੁੱਛਿਆ ਹੈ ਆਪਦੇ ਇੰਟਰਵਿਊ ਦੌਰਾਨ ਵੀ, ਔਰ ਮੈਂ ਉਦੋਂ ਵੀ ਕਹਿੰਦਾ ਰਿਹਾ, ਅੱਜ ਵੀ ਕਹਿੰਦਾ, ਅਸੀਂ ਬਹੁਤ ਹੱਦ ਤੱਕ ਇਸ ਚੀਜ਼ ਨੂੰ ਘਟਾ ਲਿਆ ਪਰ ਹਜੇ ਪੂਰਨ ਤੌਰ 'ਤੇ ਖਤਮ ਨਹੀਂ ਕਰ ਸਕੇ। ਸੋ ਇਹ ਇੱਕ ਚੀਜ਼ਾਂ ਸੀ ਜੋ ਸੁਣਾਈ ਦਿੰਦੀਆਂ ਸੀ, ਜਿਹੜੀਆਂ ਕਿ ਹੁਣ ਜਿਹੜੀ ਸੁਣਾਈ ਹੈਗੀ ਹੈ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਮਾਨਯੋਗ ਐਮਐਲਏ ਤਾਂ ਜ਼ਰੂਰ ਕਹਿ ਸਕਦਾ, ਆਮ ਚਰਚਾ ਦਾ ਹਿੱਸਾ ਨਹੀਂ ਹੈ। ਤੁਸੀਂ ਦੋ ਮੁੱਦਿਆਂ 'ਤੇ ਗੱਲਬਾਤ ਕੀਤੀ, ਤੁਸੀਂ ਕਿਹਾ ਇੱਕ ਤਾਂ ਨਸ਼ੇ ਤੇ ਦੂਜਾ ਨਜਾਇਜ਼ ਪਰਚੇ। ਪਰ ਜੇ ਗੱਲ ਕੀਤੀ ਜਾਵੇ ਪਰਚਿਆਂ ਦੀ ਤਾਂ ਮਨਪ੍ਰੀਤ ਇਆਲੀ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰਦੇ ਹਾਂ ਜਾਂ ਹੋਰ ਵੀ ਲੀਡਰਾਂ ਨਾਲ, ਉਹ ਕਹਿੰਦੇ ਨੇ ਕਿ 2.5 ਸਾਲ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਵਿਰੋਧੀ ਧਿਰ ਦੇ ਨਾਲ ਲੋਕ ਜੁੜੇ ਹੋਏ ਸੀਗੇ ਉਹਨਾਂ ਦੇ ਵੱਡੇ ਪੱਧਰ ਤੇ ਪਰਚੇ ਕੀਤੇ ਗਏ ਨੇ। ਇਹਦੇ ਤੇ ਕੀ ਕਹਿਣਾ ਚਾਹੋਗੇ? ਮੈਂ ਬਹੁਤ ਵਾਰੀ ਇਹ ਸਵਾਲ ਤੁਸੀਂ ਮੈਨੂੰ ਕਰਦੇ ਰਹਿੰਦੇ ਹੋ। ਮੈਂ ਹਮੇਸ਼ਾ ਪਹਿਲਾਂ ਮੈਂ ਇਹ ਕਹਿੰਦਾ ਹੁੰਦਾ ਸੀ ਵੀ ਜਾਂ ਤੇ ਇਹਨੂੰ ਬੈਠ ਕੇ ਚਰਚਾ ਕਰ ਲਓ, ਆਪਾਂ ਅੱਗੇ ਸਾਹਮਣੇ ਰੱਖ ਜਾਂਦੇ ਹੈਗੇ ਆ। ਕਿਤੇ ਉਹ ਵੀ ਮੌਕਾ ਨਹੀਂ ਮਿਲਿਆ, ਕੋਈ ਉਹਨਾਂ ਵੱਲੋਂ ਹਾਂ ਨਾ ਨਹੀਂ ਹੋਈ।
ਜਦੋਂ ਤੁਸੀਂ ਉਹਨਾਂ ਨੇ ਆਪਦੀ ਗੱਲ ਤੁਹਾਡੇ ਜ਼ਰੀਏ ਲੋਕਾਂ ਦੀ ਕਚਹਿਰੀ 'ਚ ਰੱਖਤੀ, ਮੈਂ ਆਪਦੀ ਜਿਹੜੀ ਸੋਚ ਸੀ ਜਾਂ ਜੋ ਮੈਂ ਮਹਿਸੂਸ ਕਰਦਾ, ਜੋ ਮੈਂ ਕੀਤਾ, ਮੈਂ ਲੋਕਾਂ ਦੀ ਕਚਹਿਰੀ 'ਚ ਰੱਖਤਾ। ਇਹਦਾ ਫੈਸਲਾ ਲੋਕ ਹੀ ਸਹੀ ਕਰ ਸਕਦੇ ਆ, ਜਾਂ ਤਾਂ ਤੁਸੀਂ ਲੋਕਾਂ 'ਚ ਵਿਚਰ ਕੇ ਪੁੱਛ ਸਕਦੇ ਹੋ, ਜਾਂ ਜਦੋਂ ਇਲੈਕਸ਼ਨਾਂ ਆਉਂਦੀਆਂ ਹੈਗੀਆਂ ਜਮਹੂਰੀਅਤ ਦੇ ਵਿੱਚ ਇੱਕ ਜਿਹੜੀ ਉਹਨਾਂ ਕੋਲੇ ਤਾਕਤ ਹੁੰਦੀ ਹੈ, ਰਾਈਟ ਹੁੰਦਾ, ਉਹਦੇ ਜ਼ਰੀਏ ਉਹ ਆਪਦੀ ਸੋਚ ਨੂੰ ਮੋਹਰ ਦੇ ਰਾਹੀਂ ਵੋਟ ਪਾ ਕੇ ਲੋਕਾਂ ਜਿਹੜੀ ਦੀ ਉਹਨਾਂ ਦੀ ਸੋਚ ਹੁੰਦੀ ਹੈ ਉਹ ਅੱਗੇ ਲੈ ਕੇ ਜਾਂਦੀ ਹੈਗੀ ਆ। ਸੋ ਮੈਂ ਇਹ ਚੀਜ਼ ਲੋਕਾਂ ਤੇ ਛੱਡੂੰਗਾ। ਚਲੋ ਹੁਣ ਗੱਲ ਕਰਦੇ ਹਾਂ ਮੌਜੂਦਾ ਸਥਿਤੀ ਦੀ। ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਲੋਕਾਂ ਦੇ ਸਾਹਮਣੇ ਇੱਕ ਵਾਰ ਫਿਰ ਉਮੀਦਵਾਰ ਬਣ ਕੇ ਆਏ ਹੋ। 2.5 ਸਾਲ ਪਹਿਲਾਂ ਵੀ ਆਏ ਸੀਗੇ, ਬੇਸ਼ੱਕ ਲੋਕਾਂ ਨੇ ਫਤਵਾ ਤੁਹਾਡੇ ਹੱਕ ਦੇ ਵਿੱਚ ਨਹੀਂ ਦਿੱਤਾ, ਪਰ ਹੁਣ ਇੱਕ ਵਾਰ ਫਿਰ 2.5 ਸਾਲ ਬਾਅਦ ਲੋਕਾਂ ਦੀ ਕਚਹਿਰੀ ਦੇ ਵਿੱਚ ਹੋ। ਕਿਹੜੇ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਆਏ ਹੋ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਉਣ? ਵਿਵੇਕ ਜੀ, ਮੈਂ ਇਹ ਤਾਂ ਮੌਜੂਦਾ ਐਮਐਲਏ ਦਾ ਰਿਪੋਰਟ ਕਾਰਡ ਬਣਦਾ ਹੁੰਦਾ। ਮੈਂ ਤਾਂ ਇਲੈਕਸ਼ਨ ਹਾਰ ਕੇ ਲੋਕਾਂ ਦੇ ਵਿੱਚ ਰਿਹਾ ਹੈਗਾ, ਔਰ ਲੋਕਾਂ ਦੇ ਵਿੱਚ ਰਹਿ ਕੇ ਦੁੱਖ ਸੁੱਖ ਦੇ ਵਿੱਚ, ਕਰੋਨਾ ਦੇ ਵਿੱਚ ਤੇ ਵਿਕਾਸ ਦੇ ਵਿੱਚ, ਇਹ 3-4 ਚੀਜ਼ਾਂ ਹੈਗੀਆਂ ਜਿਹੜੀਆਂ ਲੋਕਾਂ ਦੀ ਕਚਹਿਰੀ 'ਚ ਪਈਆਂ ਹੈਗੀਆਂ, ਔਰ ਮੈਂ ਮਹਿਸੂਸ ਕਰਦਾ ਹੈਗਾ ਕਿ ਮੈਂ ਉਸ 'ਤੇ ਖਰਾ ਉਤਰਿਆ। ਔਰ ਮੈਂ ਜਦੋਂ ਵੀ ਹੁਣ ਅੱਜ ਕੱਲ੍ਹ ਆਪਦੀ ਵੋਟਾਂ ਲਈ ਬੇਨਤੀ ਕਰਦਾ, ਮੈਂ ਇਹੀ ਗੱਲ ਕੀ ਕਰਦਾ ਕਿ ਤੁਸੀਂ ਮੈਨੂੰ 2.5 ਸਾਲ ਇਲੈਕਸ਼ਨ ਲੜਨ ਤੋਂ ਬਾਅਦ ਮੇਰਾ ਤੁਸੀਂ ਯੋਗਦਾਨ ਹਲਕੇ ਵਿੱਚ ਦੇਖਿਆ। ਮੇਰੀ ਸੋਚ ਅੱਗੇਲੀ ਆਹ ਹੈਗੀ ਆ, ਇਸ ਵਾਰ ਮੈਨੂੰ ਮੌਕਾ ਦਿਓ। ਤੁਹਾਡੇ ਅੱਗੇ ਹੱਥ ਜੋੜ ਕੇ ਸਿਰ ਨਿਵਾ ਕੇ ਬੇਨਤੀ ਕਰਦੇ। ਤੁਸੀਂ ਕਹਿ ਰਹੇ ਹੋ ਕਿ ਹਲਕੇ ਦਾ ਰਿਪੋਰਟ ਕਾਰਡ ਹਲਕੇ ਦਾ ਐਮਐਲਏ ਕੋਲ ਲੈਣਾ ਚਾਹੀਦਾ, ਪਰ ਦਾਅਵੇ ਤੁਸੀਂ ਵੀ ਜਿਤਾ ਰਹੇ ਹੋ। ਤੁਸੀਂ ਵੀ ਆਪਣੇ ਸੰਬੋਧਨਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਹੋ ਕਿ ਮੈਂ ਹਲਕੇ ਦਾਖੇ ਵਾਸਤੇ ਵੱਡੇ ਪੱਧਰ ਤੇ ਵਿਕਾਸ ਕੀਤਾ। ਬੱਸ ਸਟੈਂਡ ਦਾ ਜ਼ਿਕਰ ਕਰਦੇ ਹੋ, ਫਾਇਰ ਸਟੇਸ਼ਨ ਦਾ ਜ਼ਿਕਰ ਕਰਦੇ ਹੋ, ਕਈ ਹੋਰ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋ ਕਿ ਜੋ ਪਿਛਲੇ ਸਮੇਂ ਦੇ ਨਹੀਂ ਸੀਗੇ ਉਹ ਤੁਸੀਂ ਲੈ ਕੇ ਆਏ। ਪਰ ਵਿਰੋਧੀ ਕਹਿੰਦੇ ਨੇ ਕਿ ਕੁਝ ਵਿੱਚ ਉਹ ਇੱਦਾਂ ਦੇ ਪ੍ਰੋਜੈਕਟ ਨੇ ਜਿਹੜੇ ਹਲਕੇ ਦਾਖੇ ਨੂੰ ਜ਼ਰੂਰਤ ਹੀ ਨਹੀਂ ਸੀਗੀ। ਇਹ ਚਿੱਟੇ ਹਾਥੀ ਸਾਬਤ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ। ਚਲੋ, ਇਹ ਹਰ ਇੱਕ ਦੀ ਆਪਦੀ ਸੋਚ ਹੈ, ਉਹਨੇ ਆਪਦੀ ਸੋਚ ਮੁਤਾਬਿਕ ਗੱਲ ਕਰਨੀ ਹੈ। ਚਿੱਟੇ ਹਾਥੀ ਸਾਬਤ ਹੁੰਦੇ ਆ ਜਾਂ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ, ਇਹ ਵੀ ਫੈਸਲਾ ਇਸ ਇਲੈਕਸ਼ਨ ਦੇ ਵਿੱਚ ਹੀ ਲੋਕਾਂ ਨੇ ਆਪਦੀ ਸੋਚ ਨਾਲ ਤੈਅ ਕਰਨਾ ਹੈਗਾ। ਤੁਸੀਂ ਬਿਲਕੁਲ ਠੀਕ ਆਖਿਆ ਕਿ ਮੈਂ ਆਪਦੀ ਜੋ ਯੋਗਦਾਨ ਪਾਇਆ ਉਹਨਾਂ ਬਾਰੇ ਗੱਲਾਂ ਕਰਦਾ ਰਿਹਾ। 2.5 ਸਾਲ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੈਗੇ ਹੋ, ਪਿੰਡਾਂ ਪਿੰਡ ਜਾਂਦੇ ਹੈਗੇ ਹੋ, ਜੋ ਤੁਸੀਂ ਗੱਲਬਾਤ ਜਾਂ ਜੋ ਤੁਸੀਂ ਪ੍ਰੋਜੈਕਟ ਸ਼ੁਰੂ ਕਰਾਏ ਹੁੰਦੇ ਹੋ ਉਹਦੇ ਬਾਰੇ ਅਕਸਰ ਗੱਲਬਾਤ ਕਰਦੇ ਆ। ਪਰ ਹੁਣ ਜਦੋਂ ਇਲੈਕਸ਼ਨ ਦਾ ਸਮਾਂ ਆ ਗਿਆ, ਮੈਂ ਜ਼ਿਆਦਾ ਇਸ ਗੱਲ ਤੇ ਗੁਰੇਜ਼ ਕਰਨਾ, ਮਤਲਬ ਬੋਲਣ ਤੋਂ ਗੁਰੇਜ਼ ਕਰਨ ਲੱਗ ਪਿਆ ਕਿ ਇਹ ਚੀਜ਼ਾਂ ਹੁਣ ਲੋਕਾਂ ਦੇ ਸਾਹਮਣੇ ਹੈ, ਕੋਈ ਲੋਕਾਂ ਦੀ ਚੀਜ਼ ਛੁਪੀ ਨਹੀਂ ਹੈਗੀ ਤੇ ਤੈਅ ਵੀ ਲੋਕਾਂ ਨੇ ਕਰਨਾ। ਸੋ ਮੈਂ ਆਪਦੇ ਮੂੰਹ ਚੋਂ ਮੈਂ ਜਿੰਨਾ ਮਰਜ਼ੀ ਜੋ ਮਰਜ਼ੀ ਗੱਲਾਂ ਕਰੀ ਚੱਲਾਂ, ਇਹ ਤਾਂ ਜਦੋਂ ਲੋਕਾਂ ਦੀ ਕਚਹਿਰੀ ਚੋਂ ਚਰਚਾ ਬਣੂਗੀ ਫਿਰ ਜ਼ਿਆਦਾ ਖੁਸ਼ੀ ਹੋਊਗੀ, ਔਰ ਬਹੁਤ ਵਾਰੀ ਇਹ ਸੁਣਨ ਨੂੰ ਮਿਲ ਰਿਹਾ, ਜਿਸ ਕਰਕੇ ਮਨ ਨੂੰ ਸੰਤੁਸ਼ਟੀ ਹੁੰਦੀ। ਤੁਸੀਂ ਅਕਸਰ ਕਹਿੰਦੇ ਹੋ, ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਦੇਖਿਆ ਜਾਂਦਾ ਹਲਕਾ ਦਾਖਾ ਮੇਰਾ ਪਰਿਵਾਰ, ਮੇਰਾ ਦਾਖਾ ਮੇਰਾ ਪਰਿਵਾਰ। ਪਰ ਵਿਰੋਧੀ ਕਹਿੰਦੇ ਨੇ ਕਿ ਦਾਖੇ ਦੇ ਵਿੱਚ ਪਿਛਲੇ 10 ਸਾਲ ਦੇ ਵਿੱਚ ਕਈ ਕੈਂਡੀਡੇਟ ਆਏ ਜਿਹੜੇ ਇੱਦਾਂ ਕਹਿੰਦੇ ਸੀ ਇਲੈਕਸ਼ਨਾਂ ਤੋਂ ਬਾਅਦ ਨਜ਼ਰ ਨਹੀਂ ਆਉਂਦੇ, ਤੇ ਤੁਹਾਡੇ ਬਾਰੇ ਵੀ ਕਹਿੰਦੇ ਬੇਸ਼ੱਕ 2.5 ਸਾਲ ਤੋਂ ਇੱਥੇ ਵਿਚਰ ਰਹੇ ਨੇ, ਨਾ ਤਾਂ ਇਹਨਾਂ ਦਾ ਆਪਣਾ ਘਰ ਇੱਥੇ ਹੈ ਤੇ ਨਾ ਆਪਣਾ ਜਿਹੜਾ ਆਫਿਸ ਇੱਥੇ ਆ, ਇਸ ਇਲੈਕਸ਼ਨਾਂ ਤੋਂ ਬਾਅਦ ਇਹ ਵੀ ਨਜ਼ਰ ਨਹੀਂ ਆਉਣਗੇ। 2.5 ਸਾਲ ਪਹਿਲਾਂ ਵੀ ਇਹੀ ਗੱਲ ਆਖੀ ਸੀਗੀ, ਇਲੈਕਸ਼ਨਾਂ ਹੋਈਆਂ, ਤੁਸੀਂ ਆਪ ਹੀ ਆਪਦੇ ਸਵਾਲ 'ਚ ਜਵਾਬ ਦੇਤਾ ਹੈਗਾ। ਘਰ ਲੈਣਾ ਔਰ ਉਸ 'ਚ ਇਨਵੈਸਟ ਕਰਨਾ, ਉਹ ਜਿੱਤੇ ਮੈਂ ਹੁਣ ਫਿਰ ਕਿਸੇ 'ਤੇ ਤੰਜ ਨਹੀਂ ਕਸੂੰਗਾ, ਪਰ ਜੇ ਕਲੋਨੀਆਂ ਹੋਣ ਤੇ ਫਿਰ ਕੋਈ ਔਖੀ ਗੱਲ ਨਹੀਂ ਹੈਗੀ। ਜੇ ਅੱਜ ਕਿਰਾਏ ਦੇ ਘਰ 'ਚ ਰਹਿੰਦੇ ਆ, ਕੱਲ੍ਹ ਨੂੰ ਆਪਦਾ ਘਰ ਵੀ ਸੱਚੇ ਪਾਤਸ਼ਾਹ ਮਿਹਰ ਕਰੂਗਾ ਬਣ ਜੂਗਾ। ਆਫਿਸ ਸਾਹਮਣੇ ਹੈਗਾ ਤੁਹਾਡੇ, ਹੋਰ ਇਸ ਤੋਂ ਅੱਛਾ ਆਫਿਸ ਤਾਂ ਮੈਂ ਬਣਾ ਨਹੀਂ ਸਕਦਾ ਜਿਹੜਾ ਆਫਿਸ ਲੋਕਾਂ ਦੀ ਸੇਵਾ ਲਈ ਬਣ ਗਿਆ ਹੈਗਾ। ਉਹ ਕਹਿੰਦੇ ਵੀ ਵਿਰੋਧੀਆਂ ਨੇ ਤਾਂ ਵਿਚਾਰਿਆਂ ਨੇ ਕੁਝ ਕਹਿਣਾ ਹੀ ਹੈ, ਉਹਨਾਂ ਨੂੰ ਕਹਿਣ ਦੇ ਜੋ ਕਹਿੰਦੇ। ਉਹ ਕਹਿੰਦੇ ਨੇ ਕਿ ਹਲਕੇ ਦਾਖੇ ਦੇ ਵਿੱਚ ਉਮੀਦਵਾਰ ਜਿੱਤ ਦੀ ਸੋਚ ਲੈ ਕੇ ਆਉਂਦੇ ਨੇ, ਜਦੋਂ ਜਿੱਤ ਨਹੀਂ ਹੁੰਦੀ ਤਾਂ ਜਿਹੜੇ ਨੇ ਵਾਪਸ ਆਪਣੇ ਸ਼ਹਿਰ ਵੱਲ ਨੂੰ ਪਰਤੇ ਜਾਂਦੇ ਨੇ। ਕਈ ਉਦਾਹਰਨਾਂ ਵੀ ਦਿੰਦੇ ਨੇ, ਕੋਈ ਤਰਨਤਾਰਨ ਤੋਂ ਆ ਰਿਹਾ, ਕੋਈ ਕਿਧਰੋਂ ਆ ਰਿਹਾ, ਕਈ ਉਦਾਹਰਨਾਂ ਦੇ ਕੇ। 2019 ਚ ਜਿਹਨੂੰ ਇਹ ਉਦਾਹਰਨ ਬਣਾਇਆ ਸੀ ਉਹਦੇ ਬਾਰੇ ਗੱਲ ਕਰੋ। ਜਿਹਨੂੰ ਉਦਾਹਰਨ ਬਣਾਇਆ ਸੀ ਉਹ ਤੁਸੀਂ ਤਾਂ ਅਕਸਰ ਉਹ 20 ਦਿਨਾਂ 'ਚ ਬਹੁਤ ਵਾਰੀ ਆਪਦੇ ਇੰਟਰਵਿਊ ਦੌਰਾਨ ਤੁਹਾਡਾ ਇਹ ਬੜਾ ਅੱਛਾ ਤੇ ਬੜਾ ਸਿੱਧਾ ਜਾਂ ਤੇ ਬੜਾ ਫਰੀਕੁਐਂਟ ਕੁਐਸਚਨ ਹੁੰਦਾ ਸੀਗਾ। ਉਦੋਂ ਵੀ ਮੈਂ ਇਹੀ ਕਹਿੰਦਾ ਹੁੰਦਾ ਸੀ ਸਾਹਿਬ
ਨਤੀਜਾ ਜੋ ਮਰਜ਼ੀ ਆਵੇ ਮੈਂ ਇੱਥੇ ਹੀ ਹਾਂ, ਇੱਥੇ ਹੀ ਰਹੂੰਗਾ। ਹੁਣ ਅੱਗੇ ਆ ਤੁਹਾਡੇ ਸਾਹਮਣੇ ਆ, ਇਹ ਗੱਲਾਂ ਜਿਨ੍ਹਾਂ ਨੇ ਕੀਤੀਆਂ ਸੀ ਇਹਨਾਂ ਨੇ ਹੁਣ ਉਹ ਆਪੇ ਜਵਾਬ ਦੇਣਗੇ ਲੋਕ। ਹਲਕਾ ਐਮਐਲਏ ਕਹਿੰਦੇ ਨੇ ਕਿ ਉਹਨਾਂ ਨੇ 11 ਪ੍ਰੋਜੈਕਟ ਮੁੱਲਾਂਪੁਰ ਦਾਖਾ ਨੂੰ ਦਿੱਤੇ ਨੇ ਤੇ ਉਹਨਾਂ ਪ੍ਰੋਜੈਕਟਾਂ ਦੇ ਵਿਕਾਸ ਦੇ ਮੁੱਦੇ ਦੇ ਲੈ ਕੇ ਜਨਤਾ ਦੇ ਵਿਚਕਾਰ ਨੇ ਤੇ ਜਿਹੜੇ ਉਹਨਾਂ ਦੇ ਪ੍ਰੋਜੈਕਟ ਨੇ ਉਹ ਵਰਲਡ ਪੱਧਰ ਤੇ ਪ੍ਰੋਜੈਕਟ ਨੇ ਤੇ ਉਹਨਾਂ ਦੀ ਪੂਰੇ ਇੰਡੀਆ ਦੇ ਵਿੱਚ ਚਰਚਾ ਹੋਈ ਹੈ। ਦੂਜੇ ਹਲਕਿਆਂ ਤੋਂ ਜਿਹੜੇ ਨੇ ਕੈਂਡੀਡੇਟ ਜਾਂ ਐਮਐਲਏ ਆ ਕੇ ਉਹਨਾਂ ਕੋਲ ਸਲਾਹ ਕਰਕੇ ਉਧਰ ਹਲਕੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਨੂੰ ਬਣਾਉਣ ਵਾਸਤੇ ਲਗਾਤਾਰ ਤਤਪਰ ਰਹਿੰਦੇ ਨੇ। ਫਿਰ ਮੈਂ ਤੁਹਾਨੂੰ ਗੱਲ ਦੱਸੀ, ਤੁਸੀਂ ਸਵਾਲ ਤੀਜਾ ਚੌਥਾ ਉੱਥੇ ਲੈ ਕੇ ਪੁੱਛ ਰਹੇ ਹੈਗੇ ਹੋ ਔਰ ਅਕਸਰ ਮੇਰਾ ਇਸ ਗੱਲ ਨੂੰ ਰਹਿ ਕੇ ਤੁਹਾਡੇ ਨਾਲ ਕਈ ਵਾਰ ਇਸ ਗੱਲ ਨੂੰ ਮੈਂ ਚਰਚਾ ਦੇ ਵਿੱਚ ਵੀ ਵਿਅੰਗ ਨਾਲ ਤੁਹਾਡੇ ਨਾਲ ਗੱਲ ਕਰ ਲੈਂਦਾ ਹੈਗਾ। ਸੋ ਉਹਨਾਂ ਨੇ ਆਪਦੀਆਂ ਗੱਲਾਂ ਕਹਿਤੀਆਂ, ਉਹਨਾਂ ਨੇ ਆਪਦੇ ਵਰਲਡ ਪ੍ਰੋਜੈਕਟਸ ਦੱਸਦੇ ਹੈਗੇ ਆ, ਉਹਨਾਂ ਨੇ ਜੋ ਆਪਦੀ ਕਾਰਜਕਾਰੀ ਆ ਉਹ ਲੋਕਾਂ ਤੱਕ ਪਹੁੰਚਾ ਦਿੱਤੀ ਹੈਗੀ ਆ, ਮੈਂ ਆਪਦੀ ਪਹੁੰਚਾਤੀ ਹੈਗੀ ਆ। ਫੈਸਲਾ ਕਿਹਨੇ ਕਰਨਾ? ਨਾ ਮੈਂ ਕਰਨਾ ਨਾ ਉਹਨਾਂ ਨੇ ਕਰਨਾ, ਫੈਸਲਾ ਲੋਕਾਂ ਨੇ ਕਰਨਾ। ਜੋ ਫੈਸਲਾ ਹੋਊਗਾ ਮਨਜ਼ੂਰ ਹੋਊਗਾ। ਤੁਹਾਨੂੰ ਲੱਗਦਾ ਕਿ ਇਸ ਵਾਰ ਦੇ ਇਲੈਕਸ਼ਨ ਕੁਝ ਅਲੱਗ ਤਰ੍ਹਾਂ ਦੇ ਹੋਣ ਵਾਲੇ ਨੇ ਕਿਉਂਕਿ ਅੱਗੇ 2 ਜਾਂ 3 ਪਾਰਟੀਆਂ ਹੁੰਦੀਆਂ ਸੀ ਆਮਨੇ ਸਾਹਮਣੇ, 3 ਕੈਂਡੀਡੇਟਾਂ ਦੇ ਵਿਚਕਾਰ ਟੱਕਰ ਹੁੰਦੀ ਸੀ, ਪਰ ਇਸ ਵਾਰ ਜਿਹੜੇ ਮੁਕਾਬਲਾ ਪੰਚਕੋਣੀ ਹੋਣ ਜਾ ਰਿਹਾ ਵਾ। ਕਿਸਾਨ ਵੀ ਜਿਹੜੇ ਨੇ ਆਪਣੀ ਕਿਸਮਤ ਅਜਮਾ ਰਹੇ ਨੇ ਕਿਸਾਨ ਪਾਰਟੀ ਤੋਂ ਤੇ ਦੂਜੇ ਪਾਸੇ ਬੀਜੇਪੀ ਅਕਾਲੀ ਦਲ ਵੀ ਅਲੱਗ ਹੋ ਕੇ ਲੜਾਈ ਲੜ ਰਹੇ ਨੇ। ਲੱਗਦਾ ਕਿ ਜਿਹੜਾ ਮੁਕਾਬਲਾ ਵਾ ਕੁਝ ਅਲੱਗ ਤਰ੍ਹਾਂ ਦਾ ਹੋਣ ਵਾਲਾ ਵਾ ਤੇ ਇਹਦੇ ਵਿੱਚ ਵੋਟ ਸ਼ੇਅਰ ਕਾਫੀ ਬਦਲ ਸਕਦਾ ਵਾ। ਦੇਖੋ ਮੈਂ ਇਸ ਗੱਲ ਤੇ ਪੂਰਾ ਸੰਤੁਸ਼ਟ ਹਾਂ ਕਿ ਕਾਂਗਰਸ ਦਾ ਵਰਕਰ, ਕਾਂਗਰਸ ਦਾ ਸਪੋਰਟਰ ਔਰ ਜਿਹੜੇ ਆਮ ਲੋਕ ਵੀ ਹੈਗੇ ਆ ਉਹ ਚਰਨਜੀਤ ਸਿੰਘ ਚੰਨੀ ਜੀ ਦੀ ਕਾਰਜਕਾਰੀ ਨਾਲ, ਕਾਂਗਰਸ ਪਾਰਟੀ ਨਾਲ ਔਰ ਜੋ ਯੋਗਦਾਨ ਮੈਂ ਇੱਥੇ ਦਾਖੇ ਹਲਕੇ 'ਚ ਰਹਿ ਕੇ ਪਾਇਆ ਉਹਦੇ ਨਾਲ ਜੁੜੇ ਵੀ ਹੈਗੇ ਆ ਔਰ ਇਸੇ ਤਰੀਕੇ ਨਾਲ ਹੀ ਉਹ ਆਪਦਾ ਜਿਹੜੇ ਹੈਗੇ ਸਪੋਰਟ ਜਾਰੀ ਰੱਖਣਗੇ ਜਿਵੇਂ ਉਹਨਾਂ ਨੇ ਹੁਣ ਤੱਕ ਜਾਰੀ ਰੱਖੀ। ਤੇ ਇਸ ਵਾਰ ਜਿਹੜਾ ਤੁਹਾਡੇ ਸਾਹਮਣੇ ਤੁਹਾਡੇ ਸਾਥੀ ਰਹੇ ਦਮਨਜੀਤ ਸਿੰਘ ਮੋਹੀ, ਉਹ ਵੀ OSD ਰਹੇ ਨੇ ਸਾਬਕਾ ਮੁੱਖ ਮੰਤਰੀ ਦੇ, ਤੁਸੀਂ ਵੀ ਉਹਨਾਂ ਦੇ ਨਾਲ ਜੁੜੇ ਰਹੇ ਹੋ ਤੇ ਉਹ ਵੀ ਤੁਹਾਡੇ ਸਾਹਮਣੇ ਫੇਸ ਕਰਦੇ ਨਜ਼ਰ ਆਉਂਗੇ। ਕਿਸ ਤਰ੍ਹਾਂ ਦੀ ਚੁਣੌਤੀ ਦੇਖਦੇ ਹੋ? ਮੈਂ ਕਿਸੇ ਕਿਸਮ ਦੀ ਚੁਣੌਤੀ ਨਹੀਂ ਦੇਖਦਾ। ਜਿਸ ਦਾ ਫੈਸਲਾ ਹੀ ਲੋਕਾਂ ਨੇ ਕਰਨਾ ਹੋਵੇ, ਤੁਸੀਂ ਆਪਦੇ ਕਰਮ ਕਰਦੇ ਜਾਓ। ਲੋਕਾਂ ਨੇ ਜੋ ਤੁਹਾਡੇ ਵਿਰੋਧੀਆਂ ਨੇ ਜੋ ਤੁਹਾਡੇ ਬਾਰੇ ਬੋਲਣਾ ਉਹ ਉਹਦੇ ਵਿੱਚ ਇਹ ਵੀ ਦਮਨਜੀਤ ਮੋਹੀ ਵੀ ਬੋਲ ਰਹੇ ਹੈਗੇ ਆ। ਮੈਂ ਆਪਦੀ ਸੋਚ ਮੁਤਾਬਿਕ ਉਹਨਾਂ ਬਾਰੇ ਇਹੋ ਜਿਹੀ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰ ਜਾਂਦਾ। ਬਾਕੀ ਜਿਹੜੀ ਚੁਣੌਤੀਆਂ ਹੈਗੀਆਂ ਮੈਂ ਤਾਂ ਸਿਰਫ ਤੇ ਸਿਰਫ ਆਪ ਦਾ ਧਿਆਨ, ਜਿਹੜੀ ਆਪਦੀ ਇਲੈਕਸ਼ਨ ਲੜ ਰਿਹਾ ਮੈਂ ਉਹਦੇ ਵਿੱਚ ਧਿਆਨ ਹੈਗਾ, ਨਾ ਕਿ ਸਿਆਸੀ ਵਿਰੋਧੀਆਂ ਤੇ ਪਰਸਨਲ ਅਟੈਕ ਕਰਨਾ, ਉਹਨੂੰ ਮੈਂ ਆਪਦੀ ਇਲੈਕਸ਼ਨ ਦਾ ਹਿੱਸਾ ਬਣਾਵਾਂ। ਪਰਸਨਲ ਅਟੈਕ ਲਗਾਤਾਰ ਦੇਖਣ ਨੂੰ ਮਿਲਦਾ ਹੈ ਰਾਜਨੀਤੀ ਦੇ ਵਿੱਚ, ਇੱਕ ਆਮ ਜੀ ਜਿਹੜੀ ਹੈਗੀ ਹੈ ਚਰਚਾ ਰਹਿੰਦੀ ਹੈ। ਤੁਹਾਡੇ ਤੇ ਵੀ ਪਰਸਨਲ ਅਟੈਕ ਕਾਫੀ ਹੋ ਰਹੇ ਨੇ, ਮੁਸਲਿਮ ਭਾਈਚਾਰੇ ਦੀ ਜ਼ਮੀਨਾਂ ਨੂੰ ਲੈ ਕੇ ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਨੇ, ਕੀ ਸਪਸ਼ਟੀਕਰਨ ਦੋਗੇ? ਕਿੰਨੇ ਵਾਰ ਇਹ ਸਵਾਲ ਤੁਸੀਂ ਪੁੱਛਿਆ ਤੇ ਮੈਂ ਕਿੰਨੇ ਵਾਰ ਜਵਾਬ? ਮੈਂ ਤੁਹਾਡੇ ਤੋਂ ਪਹਿਲੀ ਵਾਰ ਪੁੱਛ ਰਿਹਾ ਜੀ। ਦੂਜੀ ਵਾਰ, ਤੀਜੀ ਵਾਰ। ਮੇਰੀ ਤਾਂ ਇਹ ਬੇਨਤੀ ਹੈ ਵੀ ਜਿੱਥੇ ਜਿੱਥੇ ਇਹੋ ਜਿਹੀ ਕੋਈ ਗੱਲ ਹੈਗੀ ਆ ਉੱਥੇ ਜਾ ਕੇ ਇਹ ਟੇਕ ਓਵਰ ਕਰ ਲੈਣ ਤੇ ਆਪ ਦਾ ਝੰਡਾ ਗੱਡਦੇ। ਜਿੱਥੋਂ ਤੱਕ ਗੱਲ ਰਹੀ ਇਹਨਾਂ ਦੀ ਕਹਿਣ ਦੀ, ਮੁਸਲਿਮ ਭਾਈਚਾਰਾ ਪੁੱਛੋ, ਗੁੱਜਰਵਾਲ ਵਾਲੇ ਭਾਈਚਾਰੇ ਨੂੰ ਪੁੱਛੋ, ਪਮਾਲ ਵਾਲਿਆਂ ਨੂੰ, ਪਮਾਲੀ ਵਾਲਿਆਂ ਨੂੰ ਪੁੱਛੋ, ਆਪਣਾ ਕੀ ਕਹਿੰਦੇ ਹੈਗੇ ਆ ਸਰਾਬ ਵਾਲੇ ਭਾਈਚਾਰੇ ਨੂੰ, ਮੇਰਾ ਕੀ ਯੋਗਦਾਨ ਹੈ ਜਾਂ ਮੇਰਾ ਕੀ ਰਿਸ਼ਤਾ ਹੈਗਾ ਮੁਸਲਿਮ ਭਾਈਚਾਰੇ ਨਾਲ। ਮੈਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਕਿ ਸਿਆਸੀ ਬੰਦੇ, ਸਿਆਸੀ ਸੋਚ, ਅੱਜ ਕੱਲ੍ਹ ਸਿਆਸਤ ਇਸ ਕਿਸਮ ਦੀ ਹੋ ਗਈ ਹੈ ਵਿਵੇਕ ਜੀ ਕਿ ਇਸ ਕਿਸਮ ਦਾ ਤੁਸੀਂ ਕਰੈਕਟਰ ਅਸੈਸੀਨੇਸ਼ਨ ਤੇ ਚੱਲ ਪਿਓ। ਤੁਹਾਨੂੰ ਲੱਗਦਾ ਵੀ ਜੇ ਇਸ ਚੀਜ਼ ਨੂੰ ਹੀ ਮੈਂ ਕਰ ਲੂੰਗਾ ਇਸ ਦਾ ਮੈਨੂੰ ਬਹੁਤ ਫਾਇਦਾ ਹੋਊਗਾ। ਲੋਕ ਬੜੇ ਸਿਆਣੇ, ਉਹਨਾਂ ਨੂੰ ਪਤਾ ਕੌਣ ਕਿੱਥੇ ਵਸਦਾ ਤੇ ਕੌਣ ਕਿੰਨੇ ਕੁ ਪਾਣੀ 'ਚ ਹੈ, ਕਿਹਦਾ ਕਿੱਥੇ ਕੀ ਹੈਗਾ ਕਿ ਨਹੀਂ ਹੈਗਾ। ਨਹੀਂ, ਇਹ ਗੱਲਾਂ ਜਦੋਂ ਕੁਝ ਐਲੀਗੇਸ਼ਨ ਲੱਗਦੇ ਸਪਸ਼ਟ ਜਿਹੜੀ ਆਪਣੀ ਰਾਏ ਆ ਜਾਂ ਆਪਣਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ। ਆਮ ਲੋਕਾਂ ਨੂੰ ਵੀ ਜਾਣਨਾ ਜ਼ਰੂਰੀ ਹੋ ਜਾਂਦਾ ਕਿ ਹਾਂ ਵੀ ਇਹ ਇਕੱਲੇ ਐਲੀਗੇਸ਼ਨ ਨਹੀਂ ਹੈ ਜਾਂ ਇਹਨਾਂ ਦੇ ਪਿੱਛੇ ਕੋਈ ਸੱਚਾਈ ਹੈ ਜਾਂ ਝੂਠ ਹੈ ਇਹਦੇ ਵਿੱਚ। ਮੈਂ ਆਪਦਾ ਐਲੀਗੇਸ਼ਨ ਦਾ ਜਵਾਬ ਦੇਤਾ ਵੀ ਜਿੱਥੇ ਜਿੱਥੇ ਇਹ ਮਹਿਸੂਸ ਕਰਦੇ ਹੈਗੇ ਉੱਥੇ ਉੱਥੇ ਪਹੁੰਚਣ, ਜੋ ਕਰਨਾ ਚਾਹੁੰਦੇ ਐਕਸ਼ਨ ਲੈਣ, ਮੈਂ ਉਹਨਾਂ ਦੇ ਨਾਲ ਜਾਊਂਗਾ। ਹੋਰ ਇਸ ਤੋਂ ਬਾਅਦ ਸਪਸ਼ਟੀਕਰਨ ਕੀ ਦੇਵਾਂ? ਕੁਝ ਇਹ ਡਾਕੂਮੈਂਟ ਵੀ ਜਾਰੀ ਹੋਏ ਨੇ ਪਿਛਲੇ ਮੁਸਲਿਮ ਭਾਈਚਾਰੇ ਵੱਲੋਂ ਵੀ ਜਾਂ ਕੁਝ ਤੁਹਾਡੇ ਵਿਰੋਧੀਆਂ ਵੱਲੋਂ ਵੀ। ਉਹੀ ਗੱਲ ਕਹਿ ਰਿਹਾ ਸਾਹਿਬ ਵੀ ਤੁਹਾਡੇ ਕੋਲ ਸਾਰਾ ਕੁਝ ਹੀ ਹੈਗਾ, ਜਦੋਂ ਪਹੁੰਚੋ ਉੱਥੇ ਦੇਰ ਕਾਹਦੀ ਕਰ ਰਹੀ ਹੋ, ਪਹੁੰਚੋ ਉੱਥੇ ਤੇ ਆਪਦੀ ਗੱਲ ਕਰੋ ਯਾਰ। ਗੱਲ ਆ ਕਹਿ ਰਿਹਾ ਮੈਂ ਤਾਂ। ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਵਾ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਲਗਾਤਾਰ ਪਿੱਛੇ ਐਲਾਨ ਹੁੰਦੇ ਰਹੇ ਨੇ ਤੇ ਰਾਹੁਲ ਗਾਂਧੀ ਦੇ ਸਾਹਮਣੇ ਵੀ ਕੋਸ਼ਿਸ਼ ਕੀਤੀ ਗਈ ਕਿ ਇਸ ਵਾਰ ਪਾਰਟੀ ਜਿਹੜੀ ਹੈ ਮੁੱਖ ਮੰਤਰੀ ਚਿਹਰੇ ਦੇ ਨਾਲ ਇੱਕ ਵਾਰ ਫਿਰ ਉਤਰੇ। ਰਾਹੁਲ ਗਾਂਧੀ ਨੇ ਵੀ ਕਿਹਾ ਕਿ ਬਹੁਤ ਜਲਦ ਕੋਸ਼ਿਸ਼ ਕੀਤਾ ਜਾਏਗਾ। ਲੱਗਦਾ ਹੈ ਕਿ ਮੁੱਖ ਮੰਤਰੀ ਚਿਹਰਾ
ਸਾਹਮਣੇ ਰੱਖ ਕੇ ਫਾਇਦਾ ਹੋ ਸਕਦਾ ਵਾ? ਜੀ ਬਿਲਕੁਲ, ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਔਰ ਪਾਰਟੀ ਨੂੰ ਇਲੈਕਸ਼ਨ ਵਿੱਚ ਲੈ ਕੇ ਜਾ ਰਹੇ ਆ ਔਰ ਜਿਸ ਤਰੀਕੇ ਨਾਲ ਉਹਨੇ ਪਿਛਲੇ 6 ਮਹੀਨਿਆਂ 'ਚ ਕੰਮ ਕੀਤਾ ਹੈ, ਉਹ ਕਾਬਲੇ ਤਾਰੀਫ ਹੈ। ਨਵਜੋਤ ਸਿੱਧੂ ਦੇ ਪੰਜਾਬ ਮਾਡਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਕਹਿੰਦੇ ਨੇ ਕਿ ਪਾਰਟੀ ਨੂੰ ਸਪਸ਼ਟ ਕਰਨਾ ਪਏਗਾ ਕਿ ਪੰਜਾਬ ਮਾਡਲ ਲਾਗੂ ਹੋਏਗਾ ਤੇ ਲਾਗੂ ਕੌਣ ਕਰੇਗਾ? ਦੇਖੋ, ਇਸ ਤਰ੍ਹਾਂ ਹੈਗਾ, ਉਹ ਪਾਰਟੀ ਦੇ ਪ੍ਰਧਾਨ ਹੈ, ਸਾਡੇ ਬਹੁਤ ਹੀ ਰਿਸਪੈਕਟਡ ਲੀਡਰ ਹੈਗੇ ਆ। ਜਿਹੜਾ ਪਾਰਟੀ ਦਾ ਵਿਜ਼ਨ ਹੁੰਦਾ ਉਹ ਮੇਰਾ ਤੇ ਆਪ ਦਾ ਕੋਈ ਸੋਚ ਹੋ ਸਕਦੀ ਹੈ ਔਰ ਸੋਚ ਨੂੰ ਆਪਾਂ ਲੋਕਾਂ ਦੇ ਵਿੱਚ ਲੈ ਕੇ ਵੀ ਆ ਸਕਦੇ ਹਾਂ, ਬਟ ਪਾਰਟੀ ਫਾਈਨਲੀ ਜਿਹੜੀ ਆਪਦੀ ਸੋਚ ਹੁੰਦੀ, ਆਪਦੀ ਨੀਤੀ ਹੁੰਦੀ, ਉਹ ਮੈਨੀਫੈਸਟੋ ਰਾਹੀਂ ਜਾਰੀ ਕਰਦੀ ਹੈ। ਜੇ ਉਸ ਚੀਜ਼ ਦਾ ਉਹ ਹਿੱਸਾ ਬਣਦੇ ਹੈਗੇ ਆ ਤਾਂ ਉੱਥੋਂ ਹੀ ਪਤਾ ਲੱਗ ਸਕੂਗਾ ਵੀ ਜਿਹੜੀ ਕਾਂਗਰਸ ਪਾਰਟੀ ਨੇ ਆਪਦਾ ਮੈਨੀਫੈਸਟੋ ਜਾਰੀ ਕੀਤਾ ਹੈ, ਉਹਦੇ ਵਿੱਚ ਉਹਨਾਂ ਨੇ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਦੱਸੀਆਂ ਹੈਗੀਆਂ, ਜਿਹੜੀ ਉਹ ਅੱਗੇ ਜਾ ਕੇ ਕਰਨਗੇ। ਨਸ਼ਿਆਂ ਦੀ ਗੱਲ ਕੀਤੀ ਤੁਸੀਂ ਹਲਕਾ ਮੁੱਲਾਪੁਰ ਦਾਖਾ ਦੀ, ਪਰ ਜੇ ਪੰਜਾਬ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੀ ਸਰਕਾਰ ਵੱਲੋਂ ਵਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਸੀਗਾ, ਉਹਦੇ ਵਿੱਚ ਜ਼ਮਾਨਤ ਮਿਲੀ ਤੇ ਅੱਜ ਸੁਪਰੀਮ ਕੋਰਟ ਤੋਂ ਵੀ ਉਹਨਾਂ ਨੂੰ 23 ਫਰਵਰੀ ਤੱਕ ਜਿਹੜੀ ਹੈ ਰਾਹਤ ਮਿਲੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਇੱਕ ਪਾਸੇ ਇਹ ਰਾਹਤ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਉਹ ਇਲੈਕਸ਼ਨ ਫੇਸ ਕਰ ਰਹੇ ਨੇ। ਦੇਖੋ, ਕਿਸੇ ਵੀ ਇਨਸਾਨ ਤੇ ਕੋਈ ਕੇਸ ਦਰਜ ਹੁੰਦਾ ਹੈ ਜਾਂ ਕੁਝ ਹੁੰਦਾ ਹੈ, ਜਿਹੜੀ ਜ਼ਮਾਨਤ ਹੁੰਦੀ ਆ ਉਹਦੇ ਵਿੱਚ ਉਹਨੂੰ ਅਪਲਾਈ ਕਰਨਾ ਉਹਦਾ ਹੱਕ ਹੁੰਦਾ, ਲੇਕਿਨ ਜੋ ਮਾਮਲਾ ਦਰਜ ਹੋਇਆ ਉਸ ਮਾਮਲੇ ਦਰਜ ਹੋਣ ਦਾ ਉਹ ਨਤੀਜਾ ਨਹੀਂ ਹੁੰਦਾ। ਜਿੱਥੋਂ ਤੱਕ ਰਹੀ ਗੱਲ ਅੰਮ੍ਰਿਤਸਰ ਈਸਟ ਤੋਂ ਲੜਨ ਦੀ, ਮੇਰੇ ਸਾਹਮਣੇ ਤੁਹਾਡੇ ਸਾਹਮਣੇ ਆ ਜਾਊਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਜਦੋਂ ਨਤੀਜਾ ਆਇਆ, ਨਵਜੋਤ ਸਿੰਘ ਸਿੱਧੂ ਬੜੀ ਸ਼ਾਨਦਾਰ ਲੀਡ ਲੈ ਕੇ ਅੰਮ੍ਰਿਤਸਰ ਈਸਟ ਤੋਂ ਚੋਣਾਂ ਜਿੱਤਣਗੇ। ਉਹ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਹੈ ਬੰਡਾਟਾ ਪੋਲਿਟਿਕਸ ਖੇਡ ਰਹੀ ਹੈ ਤੇ ਇਹ ਜਿਹੜਾ ਪਰਚਾ ਦਰਜ ਹੋਇਆ ਇਹ ਉਸ ਦਾ ਇੱਕ ਪ੍ਰੂਫ ਹੈ। ਉਹਨਾਂ ਦੀ ਸੋਚ ਹੋ ਸਕਦੀ ਹੈ, ਉਹ ਇਹੋ ਜਿਹੀ ਗੱਲ ਕਹਿ ਸਕਦੇ ਆ। ਜਦੋਂ ਵੀ ਕੁਝ ਹੁੰਦਾ ਇਹੋ ਜਿਹਾ, ਯੂਜੂਲੀ ਆਪਾਂ ਆਪਦਾ ਜਿਹੜਾ ਗੁੱਸਾ ਜਾਣਾ ਹੁੰਦਾ ਹੈ ਜਾਂ ਠਿਕਰੀਆਂ ਕਿਸ 'ਤੇ ਭੰਨਣੀਆਂ ਹੁੰਦੀਆਂ, ਉਹ ਫਿਰ ਉਹਦੀ ਉਹੀ ਰੂਪ ਰੇਖਾ ਬਣਦੀ ਹੈਗੀ ਜਿਹੜੀ ਜਿਵੇਂ ਤੁਸੀਂ ਇਹ ਸਵਾਲ ਕੀਤਾ। ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ਤੇ ਨੇ, ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅੰਡਰ ਕਰੰਟ ਹੈ, ਪੰਜਾਬ ਦੇ ਵਿੱਚ ਇਸ ਵਾਰ ਆਪ ਦੀ ਸਰਕਾਰ ਬਣੇਗੀ। ਕੇਜਰੀਵਾਲ ਨੂੰ ਤੇ ਭਗਵੰਤ ਮਾਨ ਤੇ ਲੋਕ ਵਿਸ਼ਵਾਸ ਕਰਦੇ ਨੇ। ਦੇਖੋ, ਜਿਹੜੀ ਪਾਰਟੀ ਨੂੰ ਇੱਕ ਆਪੋਜੀਸ਼ਨ ਪਾਰਟੀ ਹੋਣ ਦਾ ਮਾਣ ਮਿਲਿਆ ਸੀ 2017 'ਚ, ਜਿਸ ਪਾਰਟੀ ਨੂੰ ਵੋਟਰਾਂ ਨੇ ਆਖਿਆ ਸੀ ਵੀ ਤੁਸੀਂ ਸਾਡੀ ਵਿਧਾਨ ਸਭਾ ਵਿੱਚ ਰਹਿ ਕੇ ਵਿਰੋਧੀ ਧਿਰ ਦੀ ਤੁਸੀਂ ਭੂਮਿਕਾ ਨਿਭਾਓਗੇ, 20 MLA ਸਾਹਿਬਾਨ ਆਪਸ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਨਹੀਂ ਬਣਾ ਸਕੇ ਕਿ ਉਹ ਭੂਮਿਕਾ ਨਿਭਾ ਸਕਣ ਔਰ ਜਿਹੜਾ ਉਹ ਰੋਲ ਸੀਗਾ ਉਹ ਤਹਿਸ ਨਹਿਸ ਹੋ ਕੇ ਰਹਿ ਗਿਆ। ਕਿ ਇਸ ਪਾਰਟੀ ਨੂੰ ਪੰਜਾਬ ਦੇ ਲੋਕ ਅੱਗੇ ਸਰਕਾਰ ਬਣਾਉਣ ਦਾ ਮੌਕਾ ਦੇਣਗੇ? ਇਹ ਪੰਜਾਬ ਦੇ ਲੋਕ ਬੜੇ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਕਿ ਜੇ ਤੁਸੀਂ ਵਿਰੋਧੀ ਜਿਹੜਾ ਇੱਕ ਆਪੋਜੀਸ਼ਨ ਵਾਲਾ ਜਾਂ ਇੱਕ ਵਿਰੋਧੀ ਪਾਰਟੀ ਵਾਲਾ ਤੁਸੀਂ ਜੇ ਭੂਮਿਕਾ ਨਹੀਂ ਨਿਭਾ ਸਕੇ ਤਾਂ ਸਰਕਾਰ ਜਿਹੜੀ ਹੈਗੀ ਚਲਾਉਣੀ ਬੜੀ ਔਖੀ ਗੱਲ ਹੈ। ਕੇਜਰੀਵਾਲ ਸਾਹਿਬ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਆ ਜਾਂ ਜਿਹੜੇ 15 ਸਾਲ ਉਹਨਾਂ ਨੇ ਆਪਦੇ ਦਿੱਲੀ ਦੇ ਲਾਏ ਆ, ਉਹ ਵੀ ਲੋਕਾਂ ਦੇ ਹੁਣ ਸਾਹਮਣੇ ਹੈਗਾ। ਮੈਂ ਕਹਿੰਦਾ ਇਸ ਵਾਰ ਤੁਸੀਂ ਜਿਹੜਾ ਸਵਾਲ ਪਹਿਲਾਂ ਪੁੱਛਿਆ ਸੀ ਨਾ, ਉਸ 'ਚ ਮੈਂ ਇੱਕ ਵੱਡੀ ਚੀਜ਼ ਐਡ ਕਰਨ ਚਾਹੁੰਦਾ, ਲੋਕਾਂ ਕੋਲੇ ਸਾਰਾ ਕੁਝ ਸਾਹਮਣੇ ਪਿਆ ਹੈਗਾ ਤੇ ਫੈਸਲਾ ਵੀ ਲੋਕਾਂ ਨੇ ਕਰਨਾ ਹੈਗਾ ਔਰ ਲੋਕ ਸਹੀ ਫੈਸਲਾ ਕਰਨਗੇ। ਕੀ ਲੱਗਦਾ ਸਰਕਾਰ ਕਿਸ ਦੀ ਬਣ ਸਕਦੀ ਹੈ? ਕਾਂਗਰਸ ਰਿਪੀਟ ਕਰੇਗੀ ਕਿ ਆਪ ਜਾਂ ਕਿਸੇ ਹੋਰ ਪਾਰਟੀ ਨੂੰ ਮੈਜੋਰਟੀ ਦੇਗੀ? ਮੇਰਾ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਇੱਕ ਵਾਰੀ ਫੇਰ ਸੱਤਾ ਵਿੱਚ ਆਵੇਗੀ ਔਰ ਜਿਹੜੇ ਕੰਮ ਕੀਤੇ ਹੈਗੇ ਆ ਉਹਨਾਂ ਨੂੰ ਹੋਰ ਅੱਗੇ ਲੈ ਕੇ ਮਜ਼ਬੂਤੀ ਨਾਲ ਪੰਜਾਬ ਨੂੰ ਤਕੜਾ ਕਰੇਗੀ। ਹਲਕਾ ਦਾਖਾ ਮੇਰੀ ਜੋ ਯੋਗਦਾਨ 2.5 ਸਾਲਾਂ 'ਚ ਰਿਹਾ, ਉਸੇ ਚੀਜ਼ ਨੂੰ ਅੱਗੇ ਲੈ ਕੇ ਜਾ ਕੇ ਔਰ ਇੱਕ ਵਿਜ਼ਨ ਇੱਕ ਦਾਖੇ ਲਈ ਮਨ 'ਚ ਬਣਾਈ ਬੈਠਾ ਹੈਗਾ, ਉਸ ਵਿਜ਼ਨ ਨੂੰ ਸਾਕਾਰ ਕਰੋ। ਜੀ ਬਿਲਕੁਲ, ਐਸੀ ਹੈ ਕੈਪਟਨ ਸੰਦੀਪ ਸੰਧੂ ਜਿਹੜੇ ਕਹਿੰਦੇ ਨੇ ਕਿ ਹਲਕਾ ਦਾਖਾ ਅਤੇ ਪੰਜਾਬ ਸਭ ਜਨਤਾ ਜਾਣਦੀ ਹੈ ਕਿ ਕਿਸਨੇ ਕੰਮ ਕਰਵਾਇਆ ਤੇ ਕਿਸਨੇ ਨਹੀਂ ਕਰਵਾਇਆ। ਇਹ ਹੁਣ ਜਨਤਾ ਦੇਖੇਗੀ ਕਿ ਕਿਸ ਨੂੰ ਦੁਬਾਰਾ ਰਿਪੀਟ ਕਰਨਾ ਹੈ ਜਾਂ ਕਿਸ ਦੀ ਸਰਕਾਰ ਬਣਾਉਣੀ ਹੈ। ਕੈਮਰਾਮੈਨ ਬਲਵਿੰਦਰ ਗੋਲਡੀ ਦੇ ਨਾਲ ਵਿਵੇਕ ਟਾਲ, ਮੁੱਲਾਪੁਰ ਦਾਖਾ।